ਸ਼੍ਰੀ ਹਰਿਮੰਦਰ ਸਾਹਿਬ ਦੇ ਲਈ ਹੁਣ ਜੋ ਦਾਨ ਕਰਨ ਦੀ ਜੋ ਗੱਲ ਹੈ ਉਹ ਹੁਣ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਤੋਂ ਜਿਹੜੇ ਦਾਨ ਦੇ ਫੰਡ ਸੀ ਉਹਨੂੰ ਰੋਕ ਲਗਾਈ ਗਈ ਸੀ। ਪਿਛਲੇ 36 ਸਾਲਾਂ ਤੋਂ ਇਸ 'ਤੇ ਰੋਕ ਸੀ ਤੇ ਉਹ ਰੋਕ ਹੁਣ ਕੇਂਦਰ ਸਰਕਾਰ ਨੇ ਉਠਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਗੁਰੂ ਘਰ ਦੇ ਲਈ ਹੁਣ ਵਿਦੇਸ਼ਾਂ ਤੋਂ ਬੈਠੇ ਕੋਈ ਵੀ ਲੋਕ ਜਾਂ ਸ਼ਰਧਾਲੂ ਗੁਰੂ ਘਰ ਦੇ ਲਈ ਦਾਨ ਕਰ ਸਕਦੇ ਨੇ। ਸ਼੍ਰੋਮਣੀ ਕਮੇਟੀ ਦੇ ਲਈ ਇਹ ਇੱਕ ਬਹੁਤ ਚੰਗਾ ਸਟੈਪ ਕੇਂਦਰ ਸਰਕਾਰ ਨੇ ਚੁੱਕਿਆ, ਕਿਉਂਕਿ ਐਸਜੀਪੀਸੀ ਲਗਾਤਾਰ ਕੇਂਦਰ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਵਿਦੇਸ਼ੀ ਦਾਨ ਤੇ ਵਿਦੇਸ਼ੀ ਫੰਡਾਂ ਨੂੰ ਮਨਜ਼ੂਰੀ ਦੁਬਾਰਾ ਤੋਂ ਦੇ ਦਿੱਤੀ ਜਾਵੇ। ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭਰਾਵੋ ਨਾਲ ਟੀਚਰ ਕਿਸੇ ਸਕੂਲ ਨੂੰ ਫੰਡ ਕਰੋ, ਕਿਸੇ ਚੰਗੇ ਚੈਨਲ ਨਾਲ ਜੁੜੋ, ਉਹਦੀ ਮਦਦ ਕਰੋ। ਇਹਨਾਂ ਪੁਜਾਰੀਆਂ ਨਹੀਂ ਆ ਕਿਉਂ ਗੋਲਕਾਂ ਭਰਦੇ ਹੋ, ਕੋਈ ਹਸਪਤਾਲ ਖੋਲੋ। ਆਮ ਲੋਕਾਂ ਨੂੰ ਇਹਦਾ ਕੀ ਫਾਇਦਾ ਹੋਊਗਾ ਕਿ ਜਿਹੜੇ ਐਸਜੀਪੀਸੀ ਕਾਲਜ ਸਕੂਲ ਚਲਾਉਂਦੀ ਹੈ ਕਿ ਉਹਦੇ ਵਿੱਚ ਪੜ੍ਹਾਈ ਐਸਜੀਪੀਸੀ ਮੁਫਤ ਕਰ ਦੂਗੀ? ਕਦੇ ਵੀ ਨਹੀਂ ਕਰੇਗੀ। ਸਤੰਬਰ ਤੋਂ ਹੁਣ ਸਰਕਾਰ ਕਹਿ ਤੇ ਰਹੀ ਹੈ ਕਿ ਅਸੀਂ ਸਕੂਲ ਖੋਲਾਂਗੇ, ਹਾਲਾਂਕਿ 8ਵੀਂ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਛੋਟ ਦਿੱਤੀ ਗਈ ਹੈ। 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਆ ਕੇ ਪੜ੍ਹਾਈ ਕਰਨ ਦੇ ਲਈ ਆਖਿਆ ਹੁਣ ਜਾਊਗਾ, ਲੇਕਿਨ ਇਹਦਾ ਵਿਰੋਧ ਹੈ, ਕਿਉਂਕਿ ਵਿਰੋਧ ਹੋਣਾ ਹੀ ਆ। ਹਰ ਇੱਕ ਮਾਪੇ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੁੰਦਾ ਹੈ ਔਰ ਅੱਜ ਇਹ ਸਮਾਂ ਐਸਾ ਨਹੀਂ ਹੈ ਕਿ ਬੱਚੇ ਦੀ ਪੜ੍ਹਾਈ ਦੇ ਲਈ ਉਸ ਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਜਾਵੇ। ਇਹ ਕਰੋਨਾ ਵਾਇਰਸ ਬੜੀ ਅਜੀਬ ਜੀ ਬਿਮਾਰੀ ਹੈ ਤੇ ਦੇਖਿਆ ਜਾਏ ਤਾਂ 91 ਸਾਲ ਦੇ ਬਜ਼ੁਰਗ ਨੂੰ ਵੀ ਕੁਝ ਨਹੀਂ ਹੁੰਦਾ, ਉਹ ਵੀ ਠੀਕ ਹੋ ਕੇ ਘਰ ਆ ਜਾਂਦਾ। ਤੇ ਕਈ ਮਾਮਲੇ ਅਜਿਹੇ ਵੀ ਨੇ ਜਿੱਥੇ 22-23 ਸਾਲ ਦੇ ਜਿਹੜੇ ਨੌਜਵਾਨ ਨੇ ਤੇ ਉਹ ਵੀ ਠੀਕ ਨਹੀਂ ਹੋ ਪਾਉਂਦੇ ਤੇ ਬਦਕਿਸਮਤੀ ਨਾਲ ਬਹੁਤ ਸਾਰੇ ਜਿਹੜੇ ਨੌਜਵਾਨਾਂ ਦੀਆਂ ਮੌਤਾਂ ਨੇ ਉਹ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਨੇ। ਮੋਦੀ ਸਾਹਿਬ ਸੈਂਟਰ ਗਵਰਨਮੈਂਟ ਨੇ ਇਹ ਤੇ ਸਟੇਟਮੈਂਟ ਦੇ ਦਿੱਤੀ ਜੀ ਕਿ 23 ਸਤੰਬਰ ਤੋਂ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਰਾਜ ਸਰਕਾਰਾਂ ਤੇ ਸੁੱਟ ਦਿੱਤੀ, ਲੇਕਿਨ ਕਿਤੇ ਵੀ ਰਿਸਪੌਂਸਿਬਿਲਿਟੀ ਫਿਕਸ ਨਹੀਂ ਕੀਤੀ ਗਈ ਕਿ ਜੇ ਕੱਲ ਨੂੰ ਕਿਸੇ ਵੀ ਬੱਚੇ ਨੂੰ ਕਰੋਨਾ ਇਹ ਹੋ ਜਾਂਦਾ ਜੀ ਤੇ ਉਹਦਾ ਹੂ ਵਿਲ ਬੀ ਰਿਸਪੌਂਸਿਬਲ। ਇੰਨੇ ਕੁ ਪਿਛੜੇ ਆ ਇਸ ਚੀਜ਼ ਦੇ ਵਿੱਚ, ਜਾਂ ਤੇ ਸਾਡੇ ਜਿਹੜੇ ਲੀਡਰ ਸਭਾਨ ਨੇ ਉਹ ਚਾਹੁੰਦੇ ਨਹੀਂ ਕਿ ਪਬਲਿਕ ਪੜ੍ਹੇ। ਲੀਡਰ ਸਭਾਨ ਤਾਂ ਜ਼ਿਆਦਾਤਰ ਜੀ ਜੋ ਕੋਈ 5ਵੀਂ ਪਾਸ ਹੈ, ਕੋਈ 6ਵੀਂ ਪਾਸ ਹੈ। ਲੀਡਰ ਸਭਾਨਾਂ ਨੂੰ ਪੜ੍ਹਾਈ ਦਾ ਪਤਾ ਨਹੀਂ ਨਾ ਜੀ। 5ਵੀਂ 6ਵੀਂ ਪਾਸ ਨੇ ਬਹੁਤ ਸਾਰੇ ਲੀਡਰ, ਤਾਂ ਇਹ 10ਵੀਂ ਨਹੀਂ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ਟੀਵੀ ਦੇਖ ਰਹੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਬੈਠੇ ਸਾਰੇ ਹੀ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਮੈਂ ਰਾਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਆਪ ਜੀ ਦੇ ਅੱਗੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਅੱਜ ਦਾ ਸਾਡਾ ਵਿਸ਼ਾ ਅਸੀਂ ਲੈ ਕੇ ਆਏ ਹਾਂ ਕਿਉਂਕਿ ਇੱਕ ਬਹੁਤ ਵੱਡਾ ਫੈਸਲਾ ਭਾਰਤ ਸਰਕਾਰ ਨੇ ਕੀਤਾ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਲਈ ਹੁਣ ਜੋ ਦਾਨ ਕਰਨ ਦੀ ਜੋ ਗੱਲ ਹੈ ਉਹ ਹੁਣ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਤੋਂ ਜਿਹੜੇ ਦਾਨ ਦੇ ਫੰਡ ਸੀ ਉਹਨੂੰ ਰੋਕ ਲਗਾਈ ਗਈ ਸੀ। ਪਿਛਲੇ 36 ਸਾਲਾਂ ਤੋਂ ਇਸ 'ਤੇ ਰੋਕ ਸੀ ਤੇ ਉਹ ਰੋਕ ਹੁਣ ਕੇਂਦਰ ਸਰਕਾਰ ਨੇ ਉਠਾ ਦਿੱਤੀ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਗੁਰੂ ਘਰ ਦੇ ਲਈ ਹੁਣ ਵਿਦੇਸ਼ਾਂ ਤੋਂ ਬੈਠੇ ਕੋਈ ਵੀ ਲੋਕ ਜਾਂ ਸ਼ਰਧਾਲੂ ਗੁਰੂ ਘਰ ਦੇ ਲਈ ਦਾਨ ਕਰ ਸਕਦੇ ਨੇ। ਸੋ ਇੱਕ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਲਈ ਇਹ ਇੱਕ ਬਹੁਤ ਚੰਗਾ ਸਟੈਪ ਕੇਂਦਰ ਸਰਕਾਰ ਨੇ ਚੁੱਕਿਆ, ਕਿਉਂਕਿ ਐਸਜੀਪੀਸੀ ਲਗਾਤਾਰ ਕੇਂਦਰ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਵਿਦੇਸ਼ੀ ਦਾਨ ਤੇ ਵਿਦੇਸ਼ੀ ਫੰਡਾਂ ਨੂੰ ਮਨਜ਼ੂਰੀ ਦੁਬਾਰਾ ਤੋਂ ਦੇ ਦਿੱਤੀ ਜਾਵੇ। ਤੇ ਸਾਡਾ ਅੱਜ ਦਾ ਜਿਹੜਾ ਵਿਸ਼ਾ ਉਹ ਇਸੇ ਦੇ ਨਾਲ ਸੰਬੰਧਿਤ ਹੈ ਜੀ। 1984 ਦੇ ਵਿੱਚ ਇਹ ਵਿਦੇਸ਼ੀ ਦਾਨ ਬੰਦ ਕੀਤਾ ਗਿਆ ਸੀ ਤੇ ਉਸ ਵੇਲੇ ਦੇ ਹਾਲਾਤ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਸੀ। ਲੇਕਿਨ ਉਸ ਤੋਂ ਬਾਅਦ ਹੁਣ ਤੱਕ 36 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਕਮੇਟੀ ਦੇ ਵਿੱਚ ਹਾਲਾਤ ਵੀ ਬਦਲੇ ਨੇ। ਜਿਹੜੀ ਕਮੇਟੀ ਦੀ ਇਮੇਜ ਹੈ ਸਿੱਖ ਕੌਮ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਉਹ ਵੀ ਬਹੁਤ ਬਦਲੀ ਹੈ। ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਹੁਣ ਜਦੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਵਿਦੇਸ਼ਾਂ ਤੋਂ ਜਿਹੜੇ ਸ਼ਰਧਾਲੂ ਨੇ ਉਹ ਵੱਧ ਚੜ੍ਹ ਕੇ ਦਾਨ ਕਰਨਗੇ ਤੇ ਕੀ ਉਸ ਦਾਨ ਕੀਤੀ ਗਈ ਰਕਮ ਨੂੰ ਐਸਜੀਪੀਸੀ ਠੀਕ ਅਤੇ ਚੰਗੇ ਪਾਸੇ ਇਸਤੇਮਾਲ ਕਰ ਪਾਏਗੀ ਜਾਂ ਨਹੀਂ ਕਰ ਪਾਏਗੀ, ਇਸ 'ਤੇ ਤੁਸੀਂ ਸਾਨੂੰ ਜਿਹੜੀ ਆਪਣੀ
ਰਾਏ ਅੱਜ ਸਾਨੂੰ ਕਾਲ ਕਰਕੇ ਦੇਣੀ ਹੈ ਜੀ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਇੱਕ ਖਾਸ ਪਰਿਵਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦਾ ਤੇ ਉਹ ਪਰਿਵਾਰ ਵੀ ਕਿਹੜਾ ਉਹ ਵੀ ਸਾਰਿਆਂ ਨੂੰ ਪਤਾ। ਤੇ ਫਿਰ ਕਿਸ ਤਰ੍ਹਾਂ ਮੰਨ ਲਈਏ ਕਿ ਇਸ ਪਰਿਵਾਰ ਦੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਫੰਡ ਨੇ ਉਹਨਾਂ ਤੇ ਵੀ ਜਿਹੜਾ ਦਬਦਬਾ ਉਹ ਨਹੀਂ ਹੋਏਗਾ, ਤੇ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਫਿਰ ਇਹਨਾਂ ਫੰਡਾਂ ਨੂੰ ਵਰਤੋਂ 'ਚ ਕਰੇਗੀ। ਖਾਸ ਗੱਲ ਇਹ ਹੈ ਕਿ ਕੀ ਜੋ ਦਾਨ SGPC ਨੂੰ ਮਿਲੇਗਾ, ਕਿਉਂਕਿ ਹਰਿਮੰਦਰ ਸਾਹਿਬ ਦੀ ਜਿਹੜੀ ਦੇਖ ਰੇਖ ਦੀ ਜ਼ਿੰਮੇਵਾਰੀ ਹੈ ਉਹ ਸਾਰੀ SGPC ਤੇ ਹੈ। ਹੋਰ ਵੀ ਜਿੰਨੇ ਗੁਰੂ ਘਰ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ SGPC ਹੀ ਚੁੱਕਦੀ ਹੈ। ਤੇ ਆਖਿਆ ਜਾ ਰਿਹਾ ਕਿ ਲੰਗਰ ਲਗਾਉਣ ਦੇ ਲਈ ਬਹੁਤ ਸਾਰੇ ਬਜਟ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਹਰ ਇੱਕ ਗੁਰੂ ਘਰ ਦੇ ਵਿੱਚ 24 ਘੰਟੇ ਲੰਗਰ ਚੱਲਦੇ ਨੇ। ਇਸ ਕਰਕੇ ਕਿਉਂਕਿ ਕਰੋਨਾ ਦੀ ਮਾਰ ਦੇ ਵਿੱਚ ਵੀ SGPC ਦੇ ਬਜਟ ਨੂੰ ਕਾਫੀ ਢਾਹ ਲੱਗੀ ਸੀ, ਕਿਉਂਕਿ ਲੋਕਡਾਊਨ ਹੋਣ ਦੇ ਕਾਰਨ 2-2.5 ਮਹੀਨੇ ਜਿਹੜੇ ਸ਼ਰਧਾਲੂ ਸੀ ਉਹ ਗੁਰੂ ਘਰਾਂ ਦੇ ਵਿੱਚ ਨਹੀਂ ਪਹੁੰਚ ਸਕੇ ਸੀ, ਤੇ ਇਸੇ ਕਰਕੇ ਜਿਹੜਾ ਗੁਰੂ ਘਰਾਂ ਦਾ ਚੜਾਵਾ ਹੈ ਤੇ ਉਹ ਵੀ ਰੁਕ ਗਿਆ ਸੀ। ਤੇ ਇੱਕ ਸਮਾਂ ਐਸਾ ਆਇਆ ਸੀ ਤੇ SGPC ਨੂੰ ਕਾਫੀ ਜ਼ਿਆਦਾ ਜਿਹੜੀ ਫਿਕਰ ਪੈ ਗਈ ਸੀ ਆਪਣੇ ਬਜਟ ਨੂੰ ਲੈ ਕੇ। ਤੇ ਇਸ ਮੌਕੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਜੀ। ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਸਰ, ਲਖਵਿੰਦਰ ਸਿੰਘ ਸੰਮੇ ਵਾਲੀ। ਸਵਾਗਤ ਹੈ ਜੀ ਸੰਮੇ ਵਾਲੀ ਸਾਹਿਬ। ਹਾਂਜੀ ਸਰ, ਬੇਨਤੀ ਇਹ ਕਿ ਤਾਂ ਨਵੇਂ ਕਾਲਰਾਂ ਨੂੰ ਵੀ ਵੀਰੇ ਕੋਸ਼ਿਸ਼ ਕਰਿਆ ਕਰੋ, ਲੱਗ ਜਾਏਗਾ। ਸਾਡੇ ਕੋਲ ਪਰਮਿਟ ਥੋੜੀ ਹੈ ਵੀ ਸਾਡਾ ਵਾਰ-ਵਾਰ ਲੱਗ ਜਾਂਦਾ ਹੈ। ਤੇ ਨੰਬਰ 2 ਸਰ, NRI ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭਰਾਵੋ ਨਾਲ ਟੀਚਰ ਕਿਸੇ ਸਕੂਲ ਨੂੰ ਫੰਡ ਕਰੋ, ਕਿਸੇ ਚੰਗੇ ਚੈਨਲ ਨਾਲ ਜੁੜੋ, ਉਹਦੀ ਮਦਦ ਕਰੋ। ਇਹਨਾਂ ਪੁਜਾਰੀਆਂ ਦੀਆਂ ਕਿਉਂ ਗੋਲਕਾਂ ਭਰਦੇ ਹੋ, ਕੋਈ ਹਸਪਤਾਲ ਖੋਲੋ। ਲੰਗਰਾਂ ਦੀ ਸਰ ਕਿੰਨੀ ਲੋੜ ਹੈ ਜੀ, ਕਿੰਨੀ ਜੀ ਸਕੂਲਾਂ ਦੀ ਲੋੜ ਹੈ ਸਰ, ਹਸਪਤਾਲਾਂ ਦੀ ਲੋੜ ਹੈ। ਬੇਨਤੀ ਹੈ ਮੇਰੀ ਹੱਥ ਜੋੜ ਕੇ ਵੀ ਨਾ ਵੀਰੋ ਨਾਲ ਟੀਚੋ, ਗੁਰੂ ਦੀ ਗੋਲਕ ਨਹੀਂ ਜੇਗੀ, ਗੁਰੂ ਆਪ ਪੈਸੇ ਨਹੀਂ ਜੇ ਕੱਢਣ ਆਉਂਦਾ, ਪੁਜਾਰੀ ਕੱਢਦੇ ਜੇ। ਥੈਂਕ ਯੂ ਸਰ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸੰਮੇ ਵਾਲੀ ਸਾਹਿਬ ਕਾਲ ਕਰਨ ਦੇ ਲਈ। ਇਹੀ ਸਵਾਲ ਪੈਦਾ ਹੋ ਰਹੇ ਨੇ ਕਿ ਪੈਸੇ ਦਾ ਸਹੀ ਇਸਤੇਮਾਲ ਹੋ ਸਕੂਗਾ ਜਾਂ ਨਹੀਂ ਹੋ ਸਕੂਗਾ। ਜੇ ਪੈਸਾ ਵਿਦੇਸ਼ਾਂ ਤੋਂ ਦਾਨ ਹੋ ਰਿਹਾ ਜਾਂ ਗੁਰੂ ਘਰਾਂ ਨੂੰ ਹੋ ਰਿਹਾ ਜਾਂ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਤੌਰ 'ਤੇ ਹੋ ਰਿਹਾ, ਤਾਂ ਸਵਾਲ ਇਹ ਨੇ ਕਿ ਕੀ ਆਮ ਲੋਕਾਂ ਨੂੰ ਇਹਦਾ ਕੀ ਫਾਇਦਾ ਹੋਊਗਾ। ਕੀ ਜਿਹੜੇ SGPC ਕਾਲਜ ਸਕੂਲ ਚਲਾਉਂਦੀ ਹੈ ਕਿ ਉਹਦੇ ਵਿੱਚ ਪੜ੍ਹਾਈ SGPC ਮੁਫਤ ਕਰ ਦੂਗੀ? ਕਦੇ ਵੀ ਨਹੀਂ ਕਰੇਗੀ। ਤੇ ਇਸ ਤੋਂ ਇਲਾਵਾ ਹੋਰ ਕੀ ਗਰੀਬਾਂ ਲੋਕਾਂ ਨੂੰ ਜਿਹੜੇ ਜਿਨ੍ਹਾਂ ਕੋਲ ਘਰ ਨਹੀਂ ਹੈ, ਛੱਤ ਨਹੀਂ ਹੈ, ਕਿ ਉਹਨਾਂ ਨੂੰ ਘਰ ਬਣਾ ਕੇ ਦੇਗੀ? ਇਹ ਤੇ ਵੀ ਵੱਡਾ ਸਵਾਲ ਹੈ। ਸੋ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਜੀ। ਸਵਾਗਤ ਹੈ ਸਰ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਪਿਆਰਾ ਸਿੰਘ ਜੀ। ਰਾਓ ਸਾਹਿਬ, ਵਧੀਆ ਗੱਲ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹ ਮਿਲ ਗਈ ਹੈ, ਬਹੁਤ ਵਧੀਆ ਗੱਲ ਹੈ ਜੀ। ਪਰ ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਸ਼੍ਰੋਮਣੀ ਕਮੇਟੀ ਹੋਰ ਵਿਵਾਦਾਂ ਵਿੱਚ ਨਾ ਫਸੇ, ਇਸ ਵਾਸਤੇ ਵੀ ਸਿਸਟਮ ਨੂੰ ਬਹੁਤ ਬਦਲੀ ਕਰਨ ਦੀ ਲੋੜ ਹੈ। ਕਿਉਂਕਿ ਹੁਣ ਵਿਦੇਸ਼ਾਂ ਤੋਂ ਵੱਧ ਧਨ ਆਵੇਗਾ, ਵੱਧ ਚੋਰੀ ਹੋਵੇਗੀ ਤੇ ਵਿਵਾਦ ਵੀ ਵਧਣਗੇ। ਕਿਉਂਕਿ ਪਹਿਲਾਂ ਹੀ ਲੜਾਈਆਂ ਝਗੜੀਆਂ ਇੰਨਾ ਹੋ ਚੁੱਕੀਆਂ, ਕਮੇਟੀ ਬਹੁਤ ਜ਼ਿਆਦਾ ਬਦਨਾਮ ਚੁੱਕੀ ਹੈ ਜੀ। ਵੈਸੇ ਤਾਂ ਹਰ ਦਾਨੀ ਦੀ ਆਪਣੀ ਮਰਜ਼ੀ ਹੈ, ਕਿਉਂਕਿ ਦਾਨ ਤਾਨ ਕਰਨਾ ਹੁੰਦਾ, ਸਲਾਹਾਂ ਸਾਡੇ ਵਰਗ ਨੇ ਫਿਰ ਦੇ ਦੇਣੀਆਂ। ਪਰ ਮੇਰੀ NRI ਵੀਰਾਂ ਨੂੰ ਬੇਨਤੀ ਹੈ ਕਿ ਬਜਾਏ ਲੜਾਈਆਂ ਹੋਰ ਖੜੀਆਂ ਹੋਣ, ਵਿਵਾਦ ਹੋਰ ਉਪਜਣ, ਇੱਕ ਦੂਜੇ ਨੂੰ ਆਪਾਂ ਭੰਡੀਏ, ਮੈਂ ਆਪਣੀ ਸਤਿਕਾਰਤ ਅਦਾਰੇ ਸ਼੍ਰੋਮਣੀ ਕਮੇਟੀ ਦੀ ਹੋਰ ਬੇਇੱਜ਼ਤੀ ਹੋਵੇ। ਇਸ ਤੋਂ ਪਹਿਲਾਂ ਕਿ ਦਾਨ ਘਰ ਲੱਗਾ ਸੋਚਣਾ ਚਾਹੀਦਾ ਕਿ ਹੋਰ ਵੀ ਬਹੁਤ ਲੋੜਵੰਦ ਹਨ ਸਾਡੇ, ਹੋਰ ਵੀ ਵੀਰ ਭੈਣ ਭਰਾ, ਖਾਸ ਕਰਕੇ ਸੀਲਗੜ ਬਰਾਦਰੀ ਜਿਹੜੀ ਕਿ ਬਹੁਤ ਹੀ ਨਿਮਾਣ ਵਿੱਚ ਚੱਲ ਰਹੀ ਹੈ। ਸਾਨੂੰ ਉਹਨਾਂ ਨੂੰ ਮਦਦ ਕਰਨ ਦੀ, ਪੜ੍ਹਾਉਣ ਦੀ ਤੇ ਮਕਾਨ ਬਣਾ ਕੇ ਦੇਣ ਦੀ ਜਾਂ ਹੋਰ ਅਨੇਕਾਂ ਮਦਦ ਕਰਦੀ, ਉਹਨਾਂ ਦੀ ਬਹੁਤ ਜ਼ਿਆਦਾ ਲੋੜ ਹੈ। ਤੇ ਮੇਰੇ ਖਿਆਲ ਇਹ ਸਭ ਤੋਂ ਵਧੀਆ ਉਪਰਾਲਾ ਹੋਏਗਾ ਜੇ ਆਪਾਂ ਉਹਨਾਂ ਵੱਲ ਵਿਚਾਰਿਆਂ ਵੱਲ ਖਿਆਲ ਕਰਾਂਗੇ। ਹਾਲਾਂਕਿ ਹੋਰ ਵੀ ਬਹੁਤ ਲੋੜਾਂ ਹਨ ਪੰਜਾਬ ਦੇ ਵਿੱਚ, ਇਹ ਇਕੱਲੇ ਨਹੀਂ ਕਿ ਆਪਣੇ ਵਿਦੇਸ਼ਾਂ ਦੇ ਵਿੱਚ ਹੈ, ਪੰਜਾਬ ਵਿੱਚ ਬਹੁਤ ਦੁਨੀਆ ਗਰੀਬ ਤੋਂ ਗਰੀਬ ਤੇ ਲੋੜਵੰਦ ਤੋਂ ਲੋੜਵੰਦ ਬੈਠੀ ਹੈ। ਧੰਨਵਾਦ ਜੀ। ਬਿਲਕੁਲ ਜੀ। ਲਾਈਨ ਤੇ ਹੋ ਜੀ ਪਿਆਰਾ ਸਿੰਘ ਜੀ? ਹਾਂਜੀ ਬਿਲਕੁਲ ਲੈਂਦੇ ਜੀ, ਬਿਲਕੁਲ। ਅੱਛਾ, ਇੱਕ ਤੁਹਾਡੀ ਅਸੀਂ ਰਾਏ ਹੋਰ ਵੀ ਲੈਣੀ ਆ, ਕਿਉਂਕਿ 21 ਤਰੀਕ ਨੂੰ ਦੇਸ਼ ਦੇ ਵਿੱਚ ਜਿਹੜੇ ਸਕੂਲ ਨੇ ਉਹ ਖੋਲ੍ਹਣ ਦੀ ਗੱਲਬਾਤ ਕੀਤੀ ਜਾ ਰਹੀ ਹੈ। ਅਜਿਹੇ ਦੌਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਤਾਂ ਕਰੋਨਾ ਵਾਇਰਸ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ, ਤੇ ਤੁਸੀਂ ਖੁਦ ਕਿਉਂਕਿ ਅਮਰੀਕਾ ਦੇ ਵਿੱਚ ਰਹਿੰਦੇ ਹੋ, ਤੇ ਪਿੱਛੇ ਜੇ ਤੁਹਾਡੀ ਸਰਕਾਰ ਨੇ ਵੀ ਜਿਹੜੇ ਸਕੂਲ ਖੋਲ੍ਹੇ ਸੀ, ਉੱਥੇ ਜਿਹੜੀਆਂ ਖਬਰਾਂ ਆਈਆਂ ਸੀ ਕਿ ਹਫ਼ਤਾ ਜਾਂ 10 ਦਿਨਾਂ ਦੇ ਵਿੱਚ ਜਿਹੜੇ 1 ਲੱਖ ਦੇ ਕਰੀਬ ਜਿਹੜਾ ਬੱਚਾ ਸੀ ਉਹ ਕਰੋਨਾ ਵਾਇਰਸ ਪੋਜ਼ਿਟਿਵ ਹੋ ਗਿਆ ਸੀ। ਤੇ ਇਸ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਜਾਂ ਜੇ ਜੋ ਮੈਂ ਜਿਹੜੀ ਗੱਲ ਕਰੀ ਹੈ ਕਿ ਇਹ ਗੱਲ ਸਹੀ ਹੈ, ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜੇ ਕਿ ਵਾਕਈ 1 ਲੱਖ ਬੱਚਾ ਜਿਹੜਾ ਅਮਰੀਕਾ ਦੇ ਵਿੱਚ ਉਹ ਪੋਜ਼ਿਟਿਵ ਹੋ ਗਿਆ ਸੀ ਸਕੂਲ ਖੋਲ੍ਹਣ ਤੋਂ ਬਾਅਦ?
ਇਹ ਵੈਸੇ ਤਾਂ ਸਰਦਾਰ ਸਾਹਿਬ ਕਿ ਜੋ ਅੱਜ ਹਾਲਾਤ ਵਾ ਨਾ ਸਾਰੇ ਪਾਸੇ ਇਹੀ ਹਾਲ ਹੈ। ਸਾਡੇ ਹਜੇ ਇੱਥੇ ਸਕੂਲ ਕੇ ਖੁੱਲੇ ਨਹੀਂ ਹੈਗੇ ਤੇ ਹਾਲਾਂਕਿ ਕੈਨੇਡਾ ਵਿੱਚ ਸਕੂਲ ਖੁੱਲੇ ਸੀਗੇ, ਉੱਥੇ ਕਾਫੀ ਇਸ ਗੱਲ ਦਾ ਅਸਰ ਹੋਇਆ, ਪ੍ਰਭਾਵ ਹੋਇਆ। ਔਰ ਨਿਊਜ਼ੀਲੈਂਡ, ਆਸਟ੍ਰੇਲੀਆ ਵਿੱਚ ਵੀ ਕੁਛ ਮਿਸਾਲਾਂ ਮਿਲਦੀਆਂ ਹਨ। ਸਾਡੇ ਅਮਰੀਕਾ ਵਿੱਚ ਸਕੂਲ ਨਹੀਂ ਖੁੱਲੇ, ਕਿ ਸਾਡੇ ਟਰੰਪ ਸਾਹਿਬ ਰੋਜ਼ੇ ਕਹਿੰਦੇ ਕੱਲ ਖੁੱਲੇ ਪਰਸੋਂ ਖੁੱਲਣੇ, ਹੁਣ ਵੀ ਸਾਡੇ ਵੀ ਡੇਟਾ ਵਧਾਈ ਜਾਂਦੇ ਆ। ਹਾਲਾਂਕਿ ਸਾਡੇ ਪਰਿਵਾਰ ਵੀ ਸਕੂਲਾਂ 'ਚ ਪੜ੍ਹਦੇ, ਸਾਡੇ ਪਰਿਵਾਰ ਸਕੂਲਾਂ 'ਚ ਪੜ੍ਹਾਉਂਦੇ ਵੀ ਹੈਗੇ ਆ, ਪਰ ਹਜੇ ਇੱਥੇ ਅਮਰੀਕਾ ਦੇ ਸਕੂਲ ਨਹੀਂ ਖੁੱਲੇ ਹੈਗੇ। ਇੱਥੇ ਨਾ ਖੁੱਲ੍ਹਣ ਦਾ ਚਾਂਸ ਹੈ ਕਿਉਂਕਿ ਹਜੇ ਇਸ ਬਿਮਾਰੀ ਦਾ ਕਾਫੀ ਪ੍ਰਭਾਵ ਹੈ। ਲਾਗ ਦੀ ਬਿਮਾਰੀ ਬਹੁਤ ਵੱਧ ਰਹੀ ਹੈ, 4 ਸਵੇਰੇ ਪੈਦਾ ਵੱਧ ਰਹੀ ਹੈ। ਮੇਰਾ ਤਾਂ ਖਿਆਲ ਨਹੀਂ ਕਿ ਸਕੂਲ ਕਿਤੇ ਖੋਲ੍ਹਣੇ ਚਾਹੀਦੇ ਹਨ। ਹਾਲੇ ਔਖੇ ਸੌਖੇ ਕੇ ਬੱਚਿਆਂ ਨੂੰ ਘਰੋਂ ਪੜ੍ਹਾਉਣਾ ਚਾਹੀਦਾ ਹੈਗਾ, ਕਿਉਂਕਿ ਸਥਿਤੀ ਤਾਂ ਪਹਿਲਾਂ ਹੀ ਕੰਟਰੋਲ ਤੋਂ ਬਾਹਰ ਹੈ। ਆਪਾਂ ਨੂੰ ਤਾਂ ਪਹਿਲਾਂ ਹੀ ਸਥਿਤੀ ਸੰਭਾਲ ਨਹੀਂ ਹੁੰਦੀ। ਇੱਥੇ ਤਾਂ ਇਲਾਜ ਵੀ ਨਹੀਂ ਹੈ ਜੀ। ਅਮਰੀਕਾ ਵਰਗੇ ਦੇਸ਼ ਦੇ ਕੋਲ ਤਾਂ ਬਹੁਤ ਵੱਡੀਆਂ ਸਹੂਲਤਾਂ ਨੇ, ਬਹੁਤ ਇਲਾਜ ਹੈ, ਤੇ ਸਾਡੇ ਕੋਲ ਤਾਂ ਇਲਾਜ ਵੀ ਨਹੀਂ ਹੈ। ਨਹੀਂ, ਸਾਡੀ ਇੰਡੀਆ ਵਾਸਤੇ ਬਹੁਤ ਮੁਸ਼ਕਲ ਹੈ, ਕਿਉਂਕਿ ਹਸਪਤਾਲਾਂ ਦਾ ਤਾਂ ਇਸ ਬਿਮਾਰੀ ਤੋਂ ਪਹਿਲਾਂ ਹੀ ਬਹੁਤ ਬੁਰਾ ਹਾਲ ਸੀਗਾ। ਉੱਥੇ ਦਾ ਲੈਟਰਨ ਜਾਣ ਨੂੰ ਦਿਲ ਨਹੀਂ ਕਰਦਾ ਬੰਦੇ ਦਾ, ਹੋਰ ਤਾਂ ਹੋਰ ਕਿਹਾ। ਤੇ ਹੁਣ ਤਾਂ ਚਲੋ ਬਿਮਾਰੀ ਵਧੀ ਆ, ਹੁਣ ਤਾਂ ਕਿੱਥੇ ਹੈਗਾ। ਬਾਕੀ ਆ ਵੀ ਕੁਛ ਭੰਡੀ ਵੀ ਇੰਨੀ ਜ਼ਿਆਦਾ ਹੋ ਰਹੀ ਹੈ, ਲੋਕ ਡਰੇ ਹੋਏ ਹਨ, ਲੋਕਾਂ ਦਾ ਡਰ ਕੱਢਣ ਦੀ ਲੋੜ ਵਾ। ਇਲਾਜ ਤਾਂ ਬਾਅਦ ਦੀਆਂ ਗੱਲਾਂ ਹੈਗੀਆਂ। ਸੋ ਮੇਰੇ ਖਿਆਲ ਤਾਂ ਹਜੇ ਉੱਥੇ ਨਹੀਂ ਖੋਲ੍ਹਣੇ ਚਾਹੀਦੇ ਹੈਗੇ, ਨੁਕਸਾਨ ਹੀ ਹੋਏਗਾ, ਫਾਇਦਾ ਨਹੀਂ ਹੋਏਗਾ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਰਦਾਰ ਪਿਆਰਾ ਸਿੰਘ ਜੀ ਕਾਲ ਕਰਕੇ ਗੱਲ ਕਰਨ ਦੇ ਲਈ। ਸੋ ਇਸ 'ਤੇ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਜੀ, ਕਿਉਂਕਿ 21 ਸਤੰਬਰ ਤੋਂ ਹੁਣ ਸਰਕਾਰ ਕਹਿ ਤੇ ਰਹੀ ਹੈ ਕਿ ਅਸੀਂ ਸਕੂਲ ਖੋਲਾਂਗੇ। ਹਾਲਾਂਕਿ 8ਵੀਂ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਛੋਟ ਦਿੱਤੀ ਗਈ ਹੈ। 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਆ ਕੇ ਪੜ੍ਹਾਈ ਕਰਨ ਦੇ ਲਈ ਆਖਿਆ ਹੁਣ ਜਾਊਗਾ, ਲੇਕਿਨ ਇਹਦਾ ਵਿਰੋਧ ਹੈ, ਕਿਉਂਕਿ ਵਿਰੋਧ ਹੋਣਾ ਹੀ ਆ। ਹਰ ਇੱਕ ਮਾਪੇ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੁੰਦਾ, ਔਰ ਅੱਜ ਇਹ ਸਮਾਂ ਐਸਾ ਨਹੀਂ ਹੈ ਕਿ ਬੱਚੇ ਦੀ ਪੜ੍ਹਾਈ ਦੇ ਲਈ ਉਸ ਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਜਾਵੇ। ਸਭ ਤੋਂ ਇਸ ਮੌਕੇ ਜਿਹੜੀ ਪਹਿਲੀ ਗੱਲ ਇਹੀ ਹੈ ਕਿ ਹਰ ਇੱਕ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾ ਸਕੇ, ਕਿਉਂਕਿ ਇਹ ਕਰੋਨਾ ਵਾਇਰਸ ਬੜੀ ਅਜੀਬ ਜੀ ਬਿਮਾਰੀ ਹੈ। ਤੇ ਦੇਖਿਆ ਜਾਏ ਤਾਂ 91 ਸਾਲ ਦੇ ਬਜ਼ੁਰਗ ਨੂੰ ਵੀ ਕੁਝ ਨਹੀਂ ਹੁੰਦਾ, ਉਹ ਵੀ ਠੀਕ ਹੋ ਕੇ ਘਰ ਆ ਜਾਂਦਾ। ਤੇ ਕਈ ਮਾਮਲੇ ਅਜਿਹੇ ਵੀ ਨੇ ਜਿੱਥੇ 22-23 ਸਾਲ ਦੇ ਜਿਹੜੇ ਨੌਜਵਾਨ ਨੇ ਤੇ ਉਹ ਵੀ ਠੀਕ ਨਹੀਂ ਹੋ ਪਾਉਂਦੇ, ਤੇ ਬਦਕਿਸਮਤੀ ਨਾਲ ਬਹੁਤ ਸਾਰੇ ਜਿਹੜੇ ਨੌਜਵਾਨਾਂ ਦੀਆਂ ਮੌਤਾਂ ਨੇ ਉਹ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਨੇ। ਸੋ ਇਹ ਸਮਝਣ ਦੇ ਵਿੱਚ ਨਹੀਂ ਆ ਰਹੀ ਕਰੋਨਾ ਵਾਇਰਸ ਦੀ ਜੋ ਮਹਾਮਾਰੀ ਹੈ, ਤੇ ਕਈ ਲੋਕ ਨੇ ਇਸ ਨੂੰ ਬਹੁਤ ਹਲਕੇ ਦੇ ਵਿੱਚ ਲੈ ਰਹੇ ਨੇ, ਕਈ ਇੰਨਾ ਜ਼ਿਆਦਾ ਸੀਰੀਅਸ ਲੈ ਰਹੇ ਨੇ ਕਿ ਉਹ ਘਰਾਂ ਤੋਂ ਬਾਹਰ ਹਾਲੇ ਵੀ ਨਹੀਂ ਨਿਕਲ ਰਹੇ, ਤੇ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਜਾਂਦੇ ਨੇ। ਤੇ ਇੱਥੇ ਵੱਡਾ ਸਵਾਲ ਇਹ ਹੈ ਜੀ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਬੱਚੇ ਸੁਰੱਖਿਅਤ ਰਹਿ ਪਾਉਣਗੇ, ਕਿਉਂਕਿ ਜੇਕਰ ਸਕੂਲ ਖੁੱਲ੍ਹਦੇ ਆ ਤੇ ਹਰ ਇੱਕ ਬੱਚੇ ਨੂੰ ਸਕੂਲ ਦੇ ਵਿੱਚ ਜਾਣਾ ਲਾਜ਼ਮੀ ਹੋਏਗਾ। ਤੇ ਇਸ ਦੇ ਹਿਸਾਬ ਦੇ ਨਾਲ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਮਾਪਿਆਂ ਨੇ ਇਕੱਠੇ ਹੋ ਕੇ, ਬੱਚਿਆਂ ਨੇ ਇਕੱਠੇ ਹੋ ਕੇ ਫਿਰ ਪ੍ਰੋਟੈਸਟ ਕੀਤਾ ਇਸ ਫੈਸਲੇ ਦੇ ਖਿਲਾਫ। ਮਾਪਿਆਂ ਨੇ ਖਾਸ ਤੌਰ 'ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਫੈਸਲੇ ਨੂੰ ਤੁਸੀਂ ਤੁਰੰਤ ਵਾਪਸ ਲਿਓ, ਕਿਉਂਕਿ ਕਿਸੇ ਵੀ ਹਾਲ ਦੇ ਵਿੱਚ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਨਹੀਂ ਹੋਣ ਦੇਣਗੇ। ਸੋ ਇਸ ਮੌਕੇ ਸਾਡੇ ਨਾਲ ਹੈਗੇ ਜੀ ਪੰਜਾਬ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨੇ, ਅੰਮ੍ਰਿਤਸਰ ਤੋਂ ਨੇ, MK ਸ਼ਰਮਾ ਜੀ ਫੋਨ ਲਾਈਨ ਤੇ ਜੁੜੇ ਹੋਏ ਨੇ। ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸ਼ਰਮਾ ਜੀ, ਜਿੱਦਾਂ ਅਸੀਂ ਗੱਲਬਾਤ ਕਰ ਰਹੇ ਹਾਂ, ਤੁਸੀਂ ਸੁਣਿਆ, ਤੁਸੀਂ ਤੁਹਾਡੇ ਪ੍ਰੋਟੈਸਟ ਦੀ ਵੀ ਅਸੀਂ ਗੱਲਬਾਤ ਕੀਤੀ ਹੈ। ਕਿਉਂ ਲੱਗਦਾ ਤੁਹਾਨੂੰ ਕਿ ਜੇਕਰ ਸਕੂਲ ਖੁੱਲ੍ਹੇ ਤਾਂ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਨਹੀਂ ਹੋਣਗੇ? ਦੇਖੋ, ਮੈਂ ਸਮਝਦਾ ਹਾਂ ਕਿ ਮੋਦੀ ਸਾਹਿਬ, ਸੈਂਟਰ ਗਵਰਨਮੈਂਟ ਨੇ ਇਹ ਤੇ ਸਟੇਟਮੈਂਟ ਦੇਤੀ ਜੀ ਕਿ 23 ਸਤੰਬਰ ਤੋਂ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਰਾਜ ਸਰਕਾਰਾਂ ਤੇ ਸੁੱਟ ਦਿੱਤੀ। ਲੇਕਿਨ ਕਿਤੇ ਵੀ ਰਿਸਪੌਂਸਿਬਿਲਿਟੀ ਫਿਕਸ ਨਹੀਂ ਕੀਤੀ ਗਈ ਕਿ ਜੇ ਕੱਲ ਨੂੰ ਕਿਸੇ ਵੀ ਬੱਚੇ ਨੂੰ ਕਰੋਨਾ ਜੇ ਹੋ ਜਾਂਦਾ ਹੈ ਜੀ ਤੇ ਉਹਦਾ ਹੂ ਵਿਲ ਬੀ ਰਿਸਪੌਂਸਿਬਲ। ਉਹਦੇ ਲਈ ਰਾਜ ਸਰਕਾਰ ਰਿਸਪੌਂਸਿਬਲ ਹੋਏਗੀ, ਪ੍ਰਸ਼ਾਸਨ ਰਿਸਪੌਂਸਿਬਲ ਹੋਏਗਾ, ਜਾਂ ਸਕੂਲ ਮੈਨੇਜਮੈਂਟ ਰਿਸਪੌਂਸਿਬਲ ਹੋਏਗੀ ਜੀ। ਔਰ ਅੱਜ ਪੇਪਰ ਦੇ ਵਿੱਚ ਕਲੀਅਰਲੀ ਆਪਣਾ ਸਾਡੇ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਮਿਸਟਰ ਸਿੰਗਲਾ ਜੀ ਤੇ ਨਾਲ ਤ੍ਰਿਪਤ ਬਾਜਵਾ, ਇਹਨਾਂ ਨੇ ਸਟੇਟਮੈਂਟ ਵੈਸੇ ਦੇ ਦਿੱਤੀ ਹੈ ਕਿ ਭਾਵੇਂ ਉਧਰੋਂ ਗਾਈਡਲਾਈਨਸ ਆ ਗਈਆਂ ਨੇ ਕਿ ਤੁਸੀਂ 23 ਸਤੰਬਰ ਨੂੰ ਤੋਂ ਸਕੂਲ ਖੋਲ ਸਕਦੇ ਹੋ, ਲੇਕਿਨ ਅਸੀਂ ਰਾਜ ਸਰਕਾਰ ਦਾ ਇਹ ਫੈਸਲਾ ਹੈ ਕਿ ਜਿੰਨੀ ਦੇਰ ਤੱਕ ਹਾਲਾਤ ਕਾਬੂ 'ਚ ਨਹੀਂ ਆਉਂਦੇ ਉਨੀ ਦੇਰ ਤੱਕ ਅਸੀਂ ਸਕੂਲ ਨਹੀਂ ਖੋਲਾਂਗੇ ਜੀ। तो मैं समझदा कि ये एक अपना सियाना स्टैप है। और मैं समझदा कि जिन्नी देर तक वैक्सीनेशन ਦੀ ਮਾਰਕੀਟ ਦੇ ਵਿੱਚ ਅਵੇਲੇਬਿਲਿਟੀ ਨਹੀਂ ਹੁੰਦੀ ਉਨੀ ਦੇਰ ਤੱਕ ਤੇ ਸਕੂਲਾਂ ਨੂੰ ਖੋਲਣ ਬਾਰੇ ਵਿਚਾਰ ਕਰਨਾ ਵੀ ਜਿਹੜਾ ਹੈ ਉਹ ਵੀ ਪਾਪ ਹੈ।
ਦੇਖੋ ਆਪਾਂ ਛੋਟੀਆਂ ਨੰਨੀਆਂ ਜਾਨਾਂ ਤੇ ਆਪਾਂ ਕੋਈ ਵੀ ਅੱਛਾ ਫਿਰ ਇੱਕ ਹੋਰ ਬੜੀ ਮੈਂ ਇਹਦੇ ਵਿੱਚ ਥੋੜਾ ਜਿਹਾ ਵੇਰਵਾ ਦੇਣਾ ਚਾਹੁੰਦਾ ਜੀ ਕਿ ਜਿਹੜੀਆਂ ਗਾਈਡਲਾਈਨਸ ਕੇਂਦਰ ਸਰਕਾਰ ਨੇ ਦਿੱਤੀਆਂ ਉਹਦੇ ਚ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਪੇਰੈਂਟਸ ਦੇ ਕੰਸੈਂਟ ਦੇ ਨਾਲ ਬੱਚੇ ਆਣਗੇ ਕੀ ਕੇਂਦਰ ਸਰਕਾਰ ਸਾਰੀ ਜ਼ਿੰਮੇਵਾਰੀ ਪੇਰੈਂਟਸ ਦੇ ਸਿਰ ਤੇ ਸੁੱਟਣਾ ਚਾਹੁੰਦੀ ਹੈ? ਬਿਲਕੁਲ। ਦੇਖੋ ਇਹ ਬੜਾ ਵੱਡਾ ਸਵਾਲ ਹੈ। ਬਿਲਕੁਲ ਜੀ ਇਹ ਬੜਾ ਵੱਡਾ ਸਵਾਲ ਹੈ। ਦੇਖੋ ਜੀ ਪੇਰੈਂਟਸ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਸਿਰਫ ਉੱਥੋਂ ਤੱਕ ਹੈ ਕਿ ਜਿੰਨੀ ਦੇਰ ਤੱਕ ਬੱਚੇ ਘਰ ਨੇ। ਹਾਂ ਬਿਲਕੁਲ। ਜਿਹੜਾ ਸਕੂਲ ਦਾ ਟਾਈਮ ਹੈ, ਅੱਛਾ ਇੱਕ ਹੋਰ ਚੀਜ਼ ਮੈਂ ਦੱਸਦਾ ਕਿ ਜਿਹੜੀਆਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕੇਂਦਰ ਸਰਕਾਰ ਵੱਲੋਂ ਕਿ ਸਟੂਡੈਂਟਸ ਦੇ ਵਿੱਚ ਜਿਹੜਾ ਡਿਸਟੈਂਸ ਜਿਹੜਾ ਹੋਏਗਾ ਉਹ 6 ਫੀਟ ਦਾ ਰੱਖਿਆ ਜਾਏਗਾ ਜੀ। ਕਿਆ ਸਾਡੇ ਕੋਲ ਇੰਨਾ ਇਨਫਰਾਸਟ੍ਰਕਚਰ ਹੈਗਾ? ਕਿਆ ਸਾਡੇ ਸਕੂਲਾਂ ਦੇ ਵਿੱਚ ਇੰਨੇ ਖੁੱਲੇ ਕਮਰੇ, ਇੰਨੀਆਂ ਵੱਡੀਆਂ ਬਿਲਡਿੰਗਾਂ, ਗਰਮੀਆਂ ਦੀ ਬਹਾਰ ਹੈ, ਅਸੀਂ ਤਾਂ ਬੱਚੇ ਬਾਹਰ ਵੀ ਨਹੀਂ ਪੜ੍ਹਾ ਸਕਦੇ। ਸੋ ਹਰ ਚੀਜ਼ ਨੂੰ ਸੋਚ ਕੇ ਸਮਝ ਕੇ ਜਿਹੜਾ ਉਹ ਸਟੈਪ ਲੈਣਾ ਚਾਹੀਦਾ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਪੜ੍ਹਾਈ ਜਲਦੀ ਤੋਂ ਜਲਦੀ ਸ਼ੁਰੂ ਹੋਏ ਜੀ, ਕਿਉਂਕਿ ਨੁਕਸਾਨ ਸਾਡੇ ਬੱਚਿਆਂ ਦਾ ਹੀ ਹੋ ਰਿਹਾ। ਦੇਖੋ ਬੱਚੇ ਕੱਲ ਨੂੰ ਦੇਸ਼ ਦਾ ਭਵਿੱਖ ਨੇ ਔਰ ਇਹ ਜਿਹੜਾ ਨੁਕਸਾਨ ਹੈ ਇਹ ਸਾਡਾ ਨੁਕਸਾਨ ਹੈ, ਇਹ ਮੁਲਕ ਦਾ ਨੁਕਸਾਨ ਹੈ। ਲੇਕਿਨ ਇਹਦੇ ਵਿੱਚ ਕੀ ਹੈ ਕਿ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਜਾਨਾਂ ਵੀ ਤੇ ਬਚਾਉਣੀਆਂ ਜ਼ਰੂਰੀ ਨੇ। ਮੇਰਾ ਸਵਾਲ ਸ਼ਰਮਾ ਜੀ, ਮੇਰਾ ਸਵਾਲ ਅਗਲਾ ਇਹੀ ਸੀ ਕਿ ਜੇ ਸਿੱਖਿਆ ਦੇ ਮੁਕਾਬਲੇ ਅਸੀਂ ਜਾਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਤੇ ਕੀ ਅਸੀਂ 1 ਸਾਲ ਸਿੱਖਿਆ ਨੂੰ ਥੋੜਾ ਪਿੱਛੇ ਨਹੀਂ ਕਰ ਸਕਦੇ ਕਿ ਪਹਿਲਾਂ ਅਸੀਂ ਆਪਣੀਆਂ ਤੇ ਆਪਣੇ ਬੱਚਿਆਂ ਦੀਆਂ ਜਾਨਾਂ ਸੰਭਾਲ ਲਈਏ, ਅਸੀਂ ਸਿਹਤਮੰਦ ਰਹੀਏ ਤੇ ਪੜ੍ਹਾਈ ਤਾਂ ਫਿਰ ਅਗਲੇ ਸਾਲ ਵੀ ਹੋ ਸਕਦੀ ਹੈ, ਜਿੰਨੀ ਕੁ ਹੁੰਦੀ ਹੈ ਉਨੀ ਕੁ ਠੀਕ ਹੈ। ਮੈਂ ਸਮਝਦਾ ਕਿ ਜੇ ਪਾਰਲੀਮੈਂਟ ਦਾ ਸੈਸ਼ਨ ਜਾਂ ਅਸੈਂਬਲੀ ਦੇ ਸੈਸ਼ਨ ਇਹ ਤੁਸੀਂ ਰੁਕਵਾ ਸਕਦੇ ਹੋ ਤੇ ਤੇਰਾ ਸਕੂਲ ਕੀ ਆਂਦੇ ਇਹ ਕੀ ਪਾਰਲੀਮੈਂਟ 'ਚ ਜਿਹੜੇ ਬੈਠੇ ਨੇ ਜਾਂ ਜਿਹੜੇ ਅਸੈਂਬਲੀ 'ਚ ਬੈਠੇ ਇਹਨਾਂ ਦੀਆਂ ਜਾਨਾਂ ਜ਼ਿਆਦਾ ਮਹਿੰਗੀਆਂ ਨੇ? ਇਹ ਬਿਲਕੁਲ, ਇਹ ਤੁਸੀਂ ਬੜੀ ਚੰਗੀ ਗੱਲ ਕਰੀ ਹੈ ਜੀ, ਕਿਉਂਕਿ ਸਾਡੀ ਸਰਕਾਰ ਨੇ ਵੀ 1 ਦਿਨ ਦਾ ਹੀ ਸੈਸ਼ਨ ਬੁਲਾਇਆ ਸੀ ਤੇ ਉਹਦੇ 'ਚ ਵੀ ਇਹਨਾਂ ਨੇ ਇਹੀ ਕਿਹਾ। ਬਿਲਕੁਲ ਸੋਚਣਾ ਚਾਹੀਦਾ। ਦੇਖੋ ਨਾ ਮੇਰੀ ਗੱਲ ਸੁਣੋ, ਦੇਖੋ ਮੈਨੂੰ ਸਭ ਤੋਂ ਜਿਹੜੀ ਬੁਰੀ ਗੱਲ ਲੱਗੀ ਨਾ ਉਹ ਇਹ ਗੱਲ ਲੱਗੀ ਕਿ ਜੀ ਵਿਦ ਦੀ ਕੰਸੈਂਟ ਆਫ ਦਾ ਪੇਰੈਂਟਸ। ਇਹਦਾ ਮਤਲਬ ਤੁਸੀਂ ਇਹ ਸਾਰਾ ਅੱਛਾ ਫਿਰ ਇੱਕ ਚੀਜ਼ ਹੋਰ ਹੈ, ਬਿਲਕੁਲ ਜੇ ਕੱਲ ਨੂੰ ਰੱਬ ਨਾ ਕਰੇ ਕੋਈ ਘਟਨਾ ਇਸ ਤਰ੍ਹਾਂ ਦੀ ਕਿਸੇ ਬੱਚੇ ਨਾਲ ਵਾਪਰਦੀ ਹੈ ਤੇ ਫਿਰ ਤਾਂ ਸਕੂਲ ਵਾਲੇ ਵੀ ਕਹਿ ਦੇਣਗੇ ਕਿ ਤੁਹਾਡੀ ਸਹਿਮਤੀ ਦੇ ਨਾਲ ਬੁਲਾਇਆ ਜੀ ਬੱਚਾ, ਤੁਹਾਡੀ ਸਹਿਮਤੀ ਦੇ ਨਾਲ ਬੁਲਾਇਆ ਜੀ। ਮਤਲਬ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਦੇ ਵਿੱਚ ਅੱਛਾ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਨੇ ਵਿੱਚੋਂ ਵੈਸੇ ਹੀ ਨਿਕਲ ਜਾਣਾ, ਉਹਨਾਂ ਨੇ ਕਹਿਣਾ ਜੀ ਇਹ ਸਕੂਲ ਮੈਨੇਜਮੈਂਟ ਜਾਣੇ ਤੇ ਜਾਂ ਉਹ ਜਾਣੇ ਜੀ। ਸੋ ਇਹਦੇ ਕਰਕੇ ਇਹਨੂੰ ਥੋੜਾ ਜਿਹਾ ਇਹਨੂੰ ਡਿਲੇ ਕਰਨਾ ਚਾਹੀਦਾ ਸਿਸਟਮ ਨੂੰ। ਕਾਲੀ ਕਿਉਂ ਹੋ ਰਹੀ ਹੈ ਸ਼ਰਮਾ ਜੀ? ਕਾਲੀ ਕਿਉਂ ਹੋ ਰਹੀ ਹੈ ਸਕੂਲਾਂ ਨੂੰ ਖੋਲਣ ਦੀ? ਕੀ ਕਾਲੀ ਹੈ ਇੰਨੀ? ਨਹੀਂ ਕਾਲੀ ਉਹਨਾਂ ਨੂੰ ਸਕੂਲਾਂ ਦੇ ਖੋਲਣ ਦੀ ਉਹਨਾਂ ਦੇ ਦਿਮਾਗ 'ਚ ਹੈ ਕਿ ਕਿਤੇ ਸਾਡੇ ਦੇਖੋ ਕਿਤੇ ਨਾ ਕਿਤੇ ਮੈਂ ਇੱਕ ਸਾਈਕੋਲੋਜੀਕਲ ਵੀ ਗੱਲ ਤੁਹਾਡੇ ਨਾਲ ਕਰਦਾ ਜੀ ਕਿ ਜਿਹੜਾ ਬੱਚਾ ਕੰਟੀਨਿਊਸਲੀ ਰਿਦਮ ਦੇ ਨਾਲ ਪੜ੍ਹ ਰਿਹਾ ਹੋਏ ਨਾ, ਜੇ ਉਹਦੇ ਵਿੱਚ ਵਕਫਾ ਸਾਈਕੋਲੋਜੀਕਲੀ ਗੱਲ ਕਰ ਰਿਹਾ ਮੈਂ ਜੀ ਬਿਲਕੁਲ, ਜੇ ਉਹਦੇ ਵਿੱਚ ਵਕਫਾ 6 ਮਹੀਨੇ 9 ਮਹੀਨੇ ਜਾਂ ਸਾਲ ਦਾ ਆ ਜੇ ਨਾ ਤੇ ਬੱਚੇ ਦਾ ਪੜ੍ਹਾਈ ਤੋਂ ਧਿਆਨ ਹਟ ਵੀ ਟੁੱਟ ਜਾਂਦਾ। ਠੀਕ ਹੈ, ਉਹਦਾ ਲਿੰਕ ਟੁੱਟ ਜਾਂਦਾ, ਉਹਦੀ ਤਵੱਜੋ ਟੁੱਟ ਜਾਂਦੀ ਹੈ। ਇਹਦੇ ਵਿੱਚ ਸਾਡਾ ਪੇਰੈਂਟਸ ਦੀ ਵੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਜਿਹੜਾ ਲਿੰਕ ਜਿਹੜਾ ਬੱਚਿਆਂ ਦਾ ਉਹ ਕਾਇਮ ਰੱਖਿਆ ਜਾਏ ਜਿੰਨੀ ਹੱਦ ਤੱਕ ਰੱਖਿਆ ਜਾਂਦਾ। ਸੋ ਇਸ ਕਰਕੇ ਉਹਦੇ ਲਈ ਇੱਕ ਢੁਕਵਾਂ ਜਿਹੜਾ ਇੱਕ ਰਸਤਾ ਲੱਭਿਆ ਗਿਆ ਸੀ ਕਿ ਆਨਲਾਈਨ ਐਜੂਕੇਸ਼ਨ ਜਿਹੜੀ ਹੈ ਉਹ ਅਸੀਂ ਦੇ ਦਿੰਦੇ ਹਾਂ ਜੀ। ਹੁਣ ਆਨਲਾਈਨ ਐਜੂਕੇਸ਼ਨ ਦੇਖੋ ਸਾਡੇ ਖਾਸ ਕਰਕੇ ਸੂਬਾ ਪੰਜਾਬ ਜਿਹੜਾ ਹੈ ਅਸੀਂ ਹੋਰ ਚੀਜ਼ਾਂ 'ਚ ਬੜੀ ਗਾਂਹ ਹਾਂ, ਲੇਕਿਨ ਅਨਫੋਰਚੂਨੇਟਲੀ ਸਿੱਖਿਆ ਤੇ ਕਦੀ ਵੀ ਇਸ ਆਪਣਾ ਰਾਜ ਦੇ ਵਿੱਚ ਜ਼ੋਰ ਨਹੀਂ ਦਿੱਤਾ ਗਿਆ। ਮੈਂ ਇਹ ਬੋਲ ਕੇ ਮਤਲਬ ਮੇਰਾ ਗਲਾ ਸੁੱਕ ਗਿਆ ਇਸ ਚੀਜ਼ ਨੂੰ ਜੀ। ਈਵਨ ਇੱਥੇ ਕੋਈ ਆਪਣਾ ਜਿਹੜਾ ਐਕਟ ਜਿਹੜਾ ਐਜੂਕੇਸ਼ਨ ਐਕਟ ਹੈ ਉਹਦੇ ਤੇ ਕਦੀ ਤਵੱਜੋ ਹੀ ਨਹੀਂ ਦਿੱਤੀ ਗਈ। ਆਪਾਂ ਇੰਨੇ ਕੁ ਪਿਛੜੇ ਆ ਇਸ ਚੀਜ਼ ਦੇ ਵਿੱਚ, ਜਾਂ ਤੇ ਸਾਡੇ ਜਿਹੜੇ ਲੀਡਰ ਸਭਾਨ ਨੇ ਉਹ ਚਾਹੁੰਦੇ ਨਹੀਂ ਕਿ ਪਬਲਿਕ ਪੜ੍ਹੇ। ਲੀਡਰ ਸਭਾਨ ਤਾਂ ਜ਼ਿਆਦਾਤਰ ਜੀ ਜੋ ਕੋਈ 5ਵੀਂ ਪਾਸ ਹੈ ਕੋਈ 6ਵੀਂ ਪਾਸ ਹੈ, ਲੀਡਰ ਸਭਾਨਾਂ ਨੂੰ ਪੜ੍ਹਾਈ ਦਾ ਪਤਾ ਨਹੀਂ ਨਾ ਜੀ। 5ਵੀਂ 6ਵੀਂ ਪਾਸ ਨੇ ਬਹੁਤ ਸਾਰੇ ਲੀਡਰ ਤਾਂ ਇਹ 10ਵੀਂ ਨਹੀਂ ਕੀਤੀ ਹੈ। ਨਹੀਂ ਇੰਟਰਸਟਿੰਗ ਗੱਲ ਹੋਰ ਤੁਹਾਨੂੰ ਮੈਂ ਦੱਸਦਾ, ਉਹ ਵੇਖਦੇ ਨੇ ਚਲੋ ਮਿਸ ਸਿੰਗਲਾ ਦਾ ਕੇਸ ਐਕਸੈਪਸ਼ਨਲ, ਉਹ ਵੇਖਦੇ ਨੇ ਕਿ ਅਨਪੜ੍ਹ ਜਿਹੜਾ ਉਹਨੂੰ ਲਾ ਦਿਓ ਐਜੂਕੇਸ਼ਨ ਤੇ, ਜਿਹੜਾ ਬੰਦਾ ਲੱਡੂਆਂ ਦੀ ਦੁਕਾਨ ਚਲਾਉਂਦਾ ਰਿਹਾ ਉਹਨੂੰ ਲਾ ਦਿਓ ਟੈਕਨੀਕਲ ਐਜੂਕੇਸ਼ਨ ਤੇ ਜੀ। ਮਤਲਬ ਜਿਹੜਾ ਕੋਈ ਰੈਲੀਵੈਂਸੀ ਹੈ ਹੀ ਨਹੀਂ।
ਹਾਇਰ ਐਜੂਕੇਸ਼ਨ ਦਾ ਉਹਨੂੰ ਲਾ ਦਿਓ ਅਨਪੜ੍ਹ ਨੂੰ। ਉਹਦਾ ਰੀਜ਼ਨ ਕੀ ਹੈ ਕਿ ਬੇਸਿਕਲੀ ਇਹ ਚਲੋ ਇਹ ਆਪਾਂ ਥੋੜਾ ਜਿਹਾ ਭਟਕ ਰਹੇ ਹਾਂ, ਇਹਦੇ ਬਾਰੇ ਆਪਾਂ ਫੇਰ ਕਿਤੇ ਡਿਸਕਸ ਕਰ ਲਾਂਗੇ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਐਮ ਕੇ ਸ਼ਰਮਾ ਜੀ ਸਾਡੇ ਨਾਲ ਜੁੜਨ ਦੇ ਲਈ। ਸੋ ਐਮ ਕੇ ਸ਼ਰਮਾ ਪੰਜਾਬ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਜੀ। ਤੁਸੀਂ ਸੁਣਿਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਾਰਨ ਆਪਣੇ ਦੱਸੇ ਨੇ ਕਿ ਕਿਉਂ ਹਾਲੇ ਜਿਹੜੇ ਸਕੂਲ ਨੇ ਉਹ ਨਹੀਂ ਖੁੱਲ੍ਹਣੇ ਚਾਹੀਦੇ, ਕਿਉਂਕਿ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦੀ ਜੇਕਰ ਗੱਲ ਅਸੀਂ ਕਰ ਲੈਂਦੇ ਹਾਂ ਕਿ ਇਸ ਮੌਕੇ ਕਿਸ ਤਰ੍ਹਾਂ ਦੇ ਹਾਲਾਤ ਨੇ, ਸਿਹਤ ਸਹੂਲਤਾਂ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਨੇ। ਇੱਥੋਂ ਤੱਕ ਕਿ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣਾ ਪੈਂਦਾ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਿ ਭਾਈ ਤੁਸੀਂ ਜਾਓ, ਤੁਸੀਂ ਆਪਣੇ ਇਲਾਕਿਆਂ ਦੇ ਵਿੱਚ ਸਰਕਾਰੀ ਹਸਪਤਾਲਾਂ ਦਾ ਦੌਰਾ ਕਰੋ, ਉੱਥੇ ਕਰੋਨਾ ਮਰੀਜ਼ਾਂ ਨੂੰ ਮਿਲੋ, ਉਹਨਾਂ ਤੋਂ ਪੁੱਛੋ ਕੀ ਮੁਸ਼ਕਲਾਂ ਆ ਰਹੀਆਂ ਨੇ, ਕੀ ਨਹੀਂ ਆ ਰਹੀਆਂ ਨੇ, ਅਤੇ ਤਾਂ ਜੋ ਥੋੜ੍ਹਾ ਜਿਹਾ ਜਿਹੜਾ ਲੋਕਾਂ ਨੂੰ ਇਹ ਵਿਸ਼ਵਾਸ ਵੀ ਹੋਵੇ ਸਿਹਤ ਵਿਭਾਗ 'ਤੇ ਥੋੜ੍ਹਾ ਜਿਹਾ ਸਿਹਤ ਵਿਭਾਗ ਨੂੰ ਵੀ ਲੱਗੇ ਕਿ ਜਿਹੜੀ ਆ ਸਰਕਾਰ ਆ ਉਹ ਇੰਟਰਸਟ ਰੱਖਦੀ ਹੈ ਅਤੇ ਥੋੜ੍ਹਾ ਜਿਹਾ ਜਿਹੜੀਆਂ ਖਾਮੀਆਂ ਨੇ ਉਹ ਸਾਨੂੰ ਦੂਰ ਕਰਨੀਆਂ ਪੈਣਗੀਆਂ। ਪਰ ਜਿਸ ਤਰ੍ਹਾਂ ਦੇ ਨਾਲ ਮੈਂ ਕੱਲ੍ਹ ਕਿਹਾ ਸੀ ਕਿ ਇਹ ਵੀ ਇੱਕ ਸਿਰਫ ਅਤੇ ਸਿਰਫ ਸਟੰਟ ਹੀ ਹੋਣ ਵਾਲਾ, ਜਿਹੜੇ ਵੀ ਮੰਤਰੀ ਜਾਣਗੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਉਹਨਾਂ ਨੇ ਇਹੀ ਕਹਿਣਾ ਕਿ ਅਸੀਂ ਦੌਰਾ ਕੀਤਾ ਜੀ, ਮਰੀਜ਼ ਵੀ ਖੁਸ਼ ਨੇ ਅਤੇ ਠੀਕ ਸਹੂਲਤਾਂ ਮਿਲ ਰਹੀਆਂ ਨੇ ਅਤੇ ਅਸੀਂ ਸੰਤੁਸ਼ਟ ਹਾਂ। ਬਟਾਲਾ ਦੇ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤਾਂ ਅੱਜ ਇਹਦੀ ਸ਼ੁਰੂਆਤ ਕਰਤੀ ਹੈ। ਉਹਨਾਂ ਨੇ ਉਹ ਹਸਪਤਾਲ ਗਏ ਨੇ, ਹਸਪਤਾਲ ਜਾ ਕੇ ਉਹਨਾਂ ਨੇ ਕਿਹਾ ਕਿ ਮੈਂ ਸੰਤੁਸ਼ਟ ਹਾਂ ਜੀ, ਸਭ ਕੁਝ ਚੰਗੀ ਤਰ੍ਹਾਂ ਠੀਕ ਠਾਕ ਚੱਲ ਰਿਹਾ। ਅਤੇ ਕਮਾਲ ਹੈ ਕਿ ਬਾਜਵਾ ਸਾਹਿਬ ਨੂੰ ਇੱਕ ਵੀ ਖਾਮੀ ਆਪਣੇ ਹਸਪਤਾਲ ਦੇ ਵਿੱਚ ਨਹੀਂ ਦਿਖੀ। ਜਿੱਥੇ ਆਮ ਲੋਕਾਂ ਨੂੰ 100 ਖਾਮੀਆਂ ਦਿਖ ਰਹੀਆਂ, ਉੱਥੇ ਸਰਕਾਰ ਦੇ ਮੰਤਰੀਆਂ ਨੂੰ ਕੋਈ ਖਾਮੀਆਂ ਹਸਪਤਾਲ ਦੇ ਵਿੱਚ ਦਿਖਦੀਆਂ ਹੀ ਨਹੀਂ। ਸੋ ਇਸ ਮੌਕੇ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੀ। ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੋਂ ਬੋਲ ਰਿਹਾ ਜੀ। ਤੇ ਮੈਂ ਕਿਸ ਚੀਜ਼ ਗੱਲ ਦਾ ਜੀ, ਜਿਹੜੇ ਇਹਨਾਂ ਦੇ ਇੱਕ ਤਾਂ ਬੁਲਾਰੇ ਹੁੰਦੇ ਆ ਜੀ, ਜਿਹੜੇ ਆਪਣੇ ਨਹੀਂ ਇਹਨਾਂ ਦੇ ਜਿਹੜੇ ਪਾਰਟੀਆਂ ਦੇ ਬੁਲਾਰੇ ਹੁੰਦੇ ਆ, ਡਿਬੇਟ ਕਰਦੇ ਆ ਜੀ। ਬਿਲਕੁਲ ਜੀ। ਮੈਂ ਹਰਪ੍ਰੀਤ ਨਾਲ ਵੀ ਉਹ ਕਰਦਾ ਹਾਂ ਜੀ ਗੱਲਬਾਤ ਜੀ। ਇਹ ਤਾਂ ਜਿਵੇਂ ਨਾ ਚਾਬੀ ਲਾ ਕੇ ਖਿਡਾਉਣਾ ਨਹੀਂ ਹੁੰਦਾ ਜੀ, ਆਪਣਾ ਕੋਈ ਚਾਬੀ ਲਾ ਕੇ ਖਿਡਾਉਣਾ ਛੱਡਿਆ, ਉਹਨਾਂ ਨੇ ਉਹੀ ਚੀਜ਼ ਵੀ ਉੱਥੋਂ ਤੋਂ ਹੀ ਤੁਰਨਾ, ਚਾਬੀ ਲਾ ਕੇ ਉਹੀ ਚੀਜ਼ ਬੋਲਣੀ ਹੈ ਜੀ। ਅੱਜ ਮੈਂ ਭਾਜਪਾ ਦਾ ਨਹੀਂ, ਕੋਈ ਕੰਗ ਹੈਗਾ ਜਿਹੜਾ ਬੁਲਾਰਾ ਜੀ, ਹਾਂਜੀ, ਉਹ ਬੋਲ ਰਿਹਾ ਸੀ ਜਾਂ ਕਹਿ ਰਿਹਾ ਸੀ। ਮੈਂ ਦੇਖੋ ਜੀ, ਇਹ ਤਾਂ ਬਹੁਤ ਵੱਡੀ ਨੀਤੀ ਆ। ਜਿਹੜੇ ਕਮਲੇ ਹੈਗੇ ਲੋਕ ਜਿਹਨੇ ਇੰਨੇ ਲੀਡਰ ਉਹ ਕਰੀ ਜਾਂਦੇ ਆ ਵੀ ਖੇਤੀਬਾੜੀ ਆਦਿਆਂ ਸਭ ਵਾਸਤੇ ਉਹ ਕਰੀ ਜਾਂਦੇ, ਇਹ ਲੋਕ ਸਾਰੇ ਬੇਵਕੂਫ ਹੈ। ਇਹ ਇਕੱਲਾ ਹੀ ਸਿਆਣਾ ਬਣ ਗਿਆ। ਤੇ ਇੱਕ ਉਧਰੋਂ ਆਪਣੇ ਅਕਾਲੀ ਦਲ ਦਾ ਕਹਿ ਰਿਹਾ ਸੀ, ਉਹ ਚਿੱਠੀ ਲਈ ਬੈਠਾ ਸੀਗਾ। ਇੱਕ ਕਹਿੰਦਾ ਆ ਦੇਖੋ ਜੀ ਤੋਮਰ ਸਾਹਿਬ ਦੀ ਚਿੱਠੀ ਆ, ਉਹਨੇ ਲਿਖਿਆਗਾ। ਇਹ ਤਾਂ 50 ਵਾਰੀ ਉਹ ਵੀ ਕਰ ਲੈਂਦੇ ਹੈਗੇ ਲੋਕ। ਜਦੋਂ ਕਰਦੇ ਸੀਗੇ ਉਹ ਰੋਡ ਟੈਕਸ ਦਾ ਵੀ ਉਹ ਕਹਿੰਦੇ ਸੀ, ਅੰਗਰੇਜ਼ ਕਹਿੰਦੇ ਸੀ ਹਾਂ ਵੱਧ ਗਿਆ ਜੀ, ਇਹ ਤਾਂ ਕੋਈ ਨਹੀਂ, ਅਸੀਂ ਉਹ ਨਹੀਂ ਕਰਦੇ ਜੀ। ਕਿੰਨੇ ਬੁੱਧੀਜੀਵੀ ਕੈਦ ਕਰੀ ਬੈਠੇ, ਕਿੰਨੇ ਪੱਤਰਕਾਰ ਕੈਦ ਕਰੀ ਬੈਠੇ ਹੈਗੇ, ਇਹਨਾਂ ਨੂੰ ਕੋਈ ਸੰਗ ਹੀ ਹੈ ਨਹੀਂ ਗੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਰ ਕਾਲ ਕਰਨ ਦੇ ਲਈ। ਸੋ ਲੋਕ ਵੀ ਹੁਣ ਸਵਾਲ ਪੁੱਛਦੇ ਨੇ ਜੀ, ਕਿਉਂਕਿ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਹੁਣ ਬਹੁਤੀਆਂ ਦੂਰ ਤਾਂ ਨਹੀਂ ਹੈਗੀਆਂ, 2022 ਆਈ ਸਮਝ ਲਓ, ਕਿਉਂਕਿ 20 ਤਾਂ ਅਸੀਂ ਔਖੇ ਸੌਖੇ ਕਰੋਨਾ ਮਹਾਮਾਰੀ 'ਚ ਜਿਵੇਂ ਨਾ ਕਿਵੇਂ ਕੱਢ ਹੀ ਰਹੇ ਹਾਂ, ਅਤੇ ਸਾਲ 2021 ਰਹਿ ਜਾਣਾ, ਅਤੇ 21 ਦੇ ਵੀ ਅਖੀਰ ਦੇ ਵਿੱਚ ਜਿਹੜੀਆਂ ਇਹ ਤਿਆਰੀਆਂ ਨੇ ਇਹ ਹੋਣ ਲੱਗ ਜਾਣੀਆਂ ਨੇ। ਸੋ ਹੁਣ ਲੋਕਾਂ ਨੂੰ ਸਮਝਣਾ ਪਊਗਾ, ਹੁਣੇ ਤੋਂ ਲੋਕਾਂ ਨੂੰ ਆਪਣਾ ਮਨ ਬਣਾਉਣਾ ਪਊਗਾ ਕਿ ਉਹਨਾਂ ਨੂੰ ਕਿਸ ਤਰੀਕੇ ਦੀ ਸਰਕਾਰ ਚਾਹੀਦੀ ਹੈ, ਕਿਉਂਕਿ ਅਨੇਕਾਂ ਹੀ ਸਰਕਾਰਾਂ ਆਈਆਂ, ਅਨੇਕਾਂ ਸਰਕਾਰਾਂ ਗਈਆਂ। ਜਿਹੜੀਆਂ ਸਭ ਤੋਂ ਦੋ ਮਹੱਤਵਪੂਰਨ ਜਿਹੜੇ ਵਿਭਾਗ ਨੇ, ਚੀਜ਼ਾਂ ਨੇ, ਇੱਕ ਸਿੱਖਿਆ ਅਤੇ ਦੂਜੀ ਸਿਹਤ, ਇਹੀ ਨਹੀਂ ਸਾਡੀ ਠੀਕ ਹੋ ਰਹੀ। ਅਤੇ ਬਾਕੀ ਅਸੀਂ ਅੱਗੇ ਵਧਣ ਦੀ ਤਾਂ ਗੱਲ ਕੀ ਕਰਾਂਗੇ, ਅਤੇ ਹੋਰ ਵੀ ਅੱਜ ਦੀਆਂ ਜਿਹੜੀਆਂ ਚੋਣਵੀਆਂ ਅੱਜ ਘਟਨਾਵਾਂ ਨੇ ਉਹਨਾਂ ਬਾਰੇ ਵੀ ਅਸੀਂ ਜ਼ਿਕਰ ਕਰਾਂਗੇ, ਅਤੇ ਵਾਪਸ ਫਿਰ ਉੱਥੇ SGPC 'ਤੇ ਵੀ ਜਾਵਾਂਗੇ, ਅਤੇ ਜਿਹੜੇ ਵਿਦੇਸ਼ੀ ਦਾਨ ਨੂੰ ਮਨਜ਼ੂਰੀ ਮਿਲੀ ਆ ਇਸ 'ਤੇ ਵੀ ਅਸੀਂ ਗੱਲਬਾਤ ਕੰਟੀਨਿਊ ਕਰਾਂਗੇ। ਲੇਕਿਨ ਇਸ ਸਮੇਂ ਜਿਹੜਾ ਸਮਾਂ ਜੀ ਉਹ ਬ੍ਰੇਕ ਦਾ ਹੋ ਗਿਆ, ਅਤੇ ਇਸ ਬ੍ਰੇਕ ਤੋਂ ਬਾਅਦ ਅਸੀਂ ਜਲਦ ਵਾਪਸ ਆਉਂਦੇ ਹਾਂ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।